ਸਾਰੇ ਬੰਦਿਆਂ ਨੇ ਕਮਰ ਕੱਸ ਲਏ ਆ ਤੇ ਇਲੈਕਸ਼ਨ ਸਤੰਬਰ ਦੇ ਵਿੱਚ ਹੈਗੀ ਆ ਤੇ ਪੂਰੇ ਜੋਸ਼ ਨਾਲ ਲੜ ਗਏ ਸਾਰੇ ਗਰੁੱਪ। ਪੁਰਾਣੇ ਹੀਰੋ ਸਾਈਕਲ ਵੀ ਕਲਾਰ ਸਾਹਿਬ, ਭੋਗਲ ਸਾਹਿਬ, ਹਰਭਜਨ ਸਿੰਘ ਜੀ, ਠੀਕ ਹੈ, ਬਾਬੂ ਬ੍ਰਿਜ ਮੋਹਨ ਜੀ ਜੋ ਹੀਰੋ ਸਾਈਕਲ ਤੋਂ ਵੀ ਹੈਗੇ ਆ। ਇਹਨਾਂ ਨੇ ਸਾਰਿਆਂ ਨੇ ਫਿਰ ਫੈਸਲਾ ਕੀਤਾ ਵੀ ਆਪਾਂ ਇਹ ਸਾਰੀਆਂ ਐਸੋਸੀਏਸ਼ਨਾਂ ਬੰਦ ਕਰਕੇ ਇੱਕ ਐਸੋਸੀਏਸ਼ਨ ਬਣਾਈ ਜਾਵੇ ਜਿਹਦਾ ਨਾਮ ਉਹਨਾਂ ਨੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰ ਰੱਖਿਆ। ਯੂਨਾਈਟਿਡ ਦਾ ਮਤਲਬ ਸਾਰੀਆਂ ਯੂਨਾਈਟਿਡ ਹੈਗੀਆਂ, ਪਰ ਦੇਖਿਆ ਜਾਵੇ ਜਿੱਦਾਂ ਤੁਸੀਂ ਕਹਿ ਰਹੇ ਹੋ ਇਹ ਹੁਣ ਸਿਰਫ ਨਾਮ ਦੀ ਯੂਨਾਈਟਿਡ ਰਹਿ ਗਈ ਆ। ਇੱਥੇ ਕੋਈ ਯੂਨਾਈਟਿਡ ਦਾ ਕੰਮ ਵਰਗਾ ਸਿਸਟਮ ਨਹੀਂ ਰਿਹਾ। ਜਦੋਂ ਮੈਂ ਆਪਣੇ ਟਾਈਮ ਦੇ ਵਿੱਚ ਪ੍ਰੈਜ਼ੀਡੈਂਟ ਸੀ ਤਾਂ ਜਿੰਨੇ ਸਾਡੇ MSME ਗਵਰਨਮੈਂਟ, ਸੈਂਟਰ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਦੇ ਨਾਲ ਸਾਡਾ ਸਿੱਧਾ ਰਾਸਤਾ ਕਾਇਮ ਹੁੰਦਾ ਸੀਗਾ। ਕੋਈ ਬਜਟ ਦੇ ਵਿੱਚ ਤੁਸੀਂ ਕੀ ਅਮੈਂਡਮੈਂਟ ਕਰਾਉਣਾ ਚਾਹੁੰਦੇ ਹੋ, ਬਕਾਇਦਾ ਗਵਰਨਮੈਂਟ ਤੁਹਾਨੂੰ ਪੁੱਛਦੀ ਸੀ ਔਰ ਅਸੀਂ ਅਮੈਂਡਮੈਂਟ ਭੇਜਦੇ ਸੀਗੇ ਔਰ ਉਹ ਕੰਮ ਵੀ ਹੁੰਦਾ ਸੀਗਾ। MSME ਦਾ ਜੋ ਹੈੱਡ ਸੀ ਡਿਪਾਰਟਮੈਂਟ, ਜੋ ਮਿਨਿਸਟਰ ਸੀ, ਸਾਨੂੰ ਬੁਲਾ ਕੇ ਸਾਨੂੰ ਪੁੱਛਦਾ ਸੀ ਵੀ ਹਾਂ ਵੀ ਤੁਹਾਡੀਆਂ ਸਾਈਕਲ ਇੰਡਸਟਰੀ ਦੀਆਂ ਕੀ ਪ੍ਰੋਬਲਮਾਂ ਵਾ, ਅਸੀਂ ਕਿੱਦਾਂ ਇਹਨੂੰ ਹੋਰ ਅੱਗੇ ਬੈਟਰ ਕਰ ਸਕਦੇ ਹਾਂ। CPM ਦੀ ਜਦੋਂ ਅਸੀਂ ਕਿਸੇ ਅਫਸਰ ਨੂੰ ਮਿਲ ਜਾਂਦੇ ਹੁੰਦੇ ਸੀ ਨਾ, ਬਾਹਰ PN ਬੰਦਾ ਖੜਾ ਹੁੰਦਾ ਸੀ ਜੀ, ਆਓ ਜੀ ਜਲਦੀ ਜਲਦੀ ਸਾਹਿਬ ਤੁਹਾਡੀ ਵੇਟ ਕਰਦੇ ਹੈਗੇ ਆ। ਬੜੀ ਆਪਣੇ ਆਪ ਨੂੰ ਇੱਕ ਗਿਲਟੀ ਮਹਿਸੂਸ ਹੁੰਦੀ ਹੈ ਵੀ ਐਡੀ ਵੱਡੀ ਐਸੋਸੀਏਸ਼ਨ ਹੋਵੇ, ਐਡਾ ਵੱਡਾ ਅਦਾਰਾ ਹੋਵੇ, ਐਡਾ ਵੱਡਾ ਅੰਦਰ ਇੰਫਰਾਸਟਰਕਚਰ ਹੋਵੇ, ਐਡਾ ਵੱਡਾ ਆਫਿਸ ਸਿਸਟਮ ਹੋਵੇ ਔਰ ਉਹ ਐਸੋਸੀਏਸ਼ਨ ਦੀ ਐਡੀ ਜਿਹੜੀ ਗਾਜ ਹੈ ਐਡੀ ਥੱਲੇ ਗਿਰ ਜਾਵੇ। ਸੋ ਰੀਅਲੀ ਮੈਨੂੰ ਆਪਣੇ ਆਪ ਨੂੰ ਕਈ ਵਾਰੀ ਤਾਂ ਰੋਣਾ ਆਉਂਦਾ ਵਾ, ਕਿਉਂਕਿ ਅਸੀਂ ਇਹਦੇ ਵਿੱਚ ਰਹੇ ਹੈਗੇ ਆ। ਅਸੀਂ ਦੇਖਿਆ ਵਾ ਵੀ ਲੋਕਾਂ ਦੇ ਨਾਲ ਕਿੱਦਾਂ ਰਾਬਤਾ ਕਾਇਮ ਹੁੰਦਾ ਸੀ, ਲੋਕਾਂ ਦੇ ਛੋਟੇ ਛੋਟੇ ਕੰਮ ਕਿੱਦਾਂ ਹੁੰਦੇ ਸੀਗੇ। ਇੱਕ ਹੋਰ ਨਵੀਂ ਚੀਜ਼ ਸੁਣਨ ਨੂੰ ਮਿਲ ਰਹੀ ਹੈ ਕਿ ਇਸ ਵਾਰੀ ਜਿਹੜੇ ਇਲੈਕਸ਼ਨ ਹੈ, ਜਿਵੇਂ ਅੱਗੇ ਅਲੱਗ-ਅਲੱਗ ਡੈਜ਼ਿਗਨੇਸ਼ਨ ਮੇਰੇ ਖਿਆਲ 8 ਤੋਂ 10 ਸੀਟਾਂ ਲਈ ਹੁੰਦੇ ਸੀਗੇ, ਅਲੱਗ-ਅਲੱਗ ਮੈਂਬਰਾਂ ਲਈ, ਜਨਰਲ ਸੈਕਟਰੀ, ਵਾਈਸ ਪ੍ਰੈਜ਼ੀਡੈਂਟ, ਪਰ ਕਿਹਾ ਜਾ ਰਿਹਾ ਕਿ ਇਸ ਵਾਰੀ ਇੱਦਾਂ ਦੀ ਵੀ ਗੱਲ ਕਰ ਰਹੇ ਹੋ ਕਿ ਸਿਰਫ ਪ੍ਰਧਾਨਗੀ ਲਈ ਇਲੈਕਸ਼ਨ ਕੀਤੇ ਜਾਣ ਤੇ ਬਾਕੀ ਸਾਰੇ ਉਹ ਪ੍ਰਧਾਨ ਹੀ ਚੁਣ ਲਏਗਾ ਮੈਂਬਰ। ਇਹ ਪੋਸੀਬਲ ਹੈ ਕਿ ਕਿਉਂਕਿ ਇਹਦੇ ਨਾਲ ਤਾਂ ਫਿਰ ਡੈਮੋਕ੍ਰੇਸੀ ਨਹੀਂ ਰਹੀ। ਇਹ ਤਾਂ ਫਿਰ ਬਾਅਦ ਦੇ ਵਿੱਚੋਂ ਫਿਰ ਤੁਸੀਂ ਹੋਰ ਅਮੈਂਡ ਕਰਾਓਗੇ ਜੀ। ਹੁਣ ਤਾਂ ਸਾਡੇ ਬੈਲਟ ਪੇਪਰ ਨਾਲ ਵੋਟਾਂ ਹੁੰਦੀਆਂ ਵਾ, ਫਿਰ ਹੱਥ ਖੜੇ ਕਰਕੇ ਵੋਟਾਂ ਹੋ ਜਾਇਆ ਕਰਨਗੀਆਂ। ਸੋ ਇਹ ਤਾਂ ਇੱਕ ਗਰੁੱਪ ਦੇ ਕਬਜ਼ਾ ਇੱਥੇ ਹੋ ਜਾਊਗਾ। ਤੁਸੀਂ ਕਹਿ ਰਹੇ ਹੋ ਕਿ ਜਿਹੜਾ ਦੂਜਾ ਗਰੁੱਪ ਹੈ ਕਾਰਪੋਰੇਟ ਗਰੁੱਪਾਂ ਦੀਆਂ, ਕੰਪਨੀਆਂ ਦੀ ਬਾਹਾਂ 'ਚ ਬਹਿ ਕੇ ਕੰਮ ਕਰਦਾ। ਦੇਖੋ, जनहितैषी TRP नहीं खरीदते, भरोसा जीतते हैं हम। नमस्कार, सत श्री अकाल, आदाब। एक बार फिर शहर लुधियाना शहर जिहड़ा कि साइकिल सिटी के नाम से भी जानिया जाता है। सो साइकिल इंडस्ट्री की सब तो पुरानी ते एशिया की सब तो वड्डी सिंगल ट्रेड जिहड़ी एसोसीएशन है यूनाइटेड साइकिल एंड पार्ट्स मैन्युफैक्चरिंग एसोसीएशन, जिहदे कि हर लगभग 2 साल बाद चुनाव होंगे है। सो हुण उहदे चुनाव ड्यू हो गए है, बिल्कुल वज गया है। और जिद्दां कि विधान सभा की चोणां होंदियां है उदां ही इहदी भी एक चोणां होंदियां है, जिन्हों लैके पूरी सोसाइटी दे विच साइकिल इंडस्ट्री दे विच जिहड़ा तेजी नाल जिहड़ा गलबात शुरू हो गई है। इस सारे मामले दे विच अज असीं पहुंचे हैं साबका जिहड़े प्रधान है चरणजीत सिंह विश्वकर्मा, जिहड़े कि आगू ਹੈਗੇ ਆ ਸਾਈਕਲ ਇੰਡਸਟਰੀ ਦੇ। ਸੋ ਜਾਣਦੇ ਆ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਸਵਾਲ ਜਵਾਬ ਕਰਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸੰਦੀਪ ਜੀ। ਸਰ, ਸਭ ਤੋਂ ਪਹਿਲਾਂ ਤਾਂ ਇਹ ਪਤਾ ਲੱਗਿਆ ਕਿ ਯੂਨਾਈਟਿਡ ਸਾਈਕਲ ਪਾਰਟ ਦੇ ਇਲੈਕਸ਼ਨ ਡਿਊ ਹੋ ਗਏ ਹੈ ਔਰ ਗੱਲਬਾਤ ਸ਼ੁਰੂ ਹੋ ਗਈ ਹੈ, ਚਰਚਾਵਾਂ ਸ਼ੁਰੂ ਹੋ ਗਈਆਂ। ਕੀ ਇਹ ਸੱਚ ਹੈ ਜੀ? ਬਿਲਕੁਲ ਜੀ, ਇਹ ਤਿਆਰੀਆਂ ਸ਼ੁਰੂ ਹੋ ਗਈਆਂ। ਸਾਰੇ ਬੰਦਿਆਂ ਨੇ ਕਮਰ ਕੱਸ ਲਏ ਆ ਤੇ ਇਲੈਕਸ਼ਨ ਸਤੰਬਰ ਦੇ ਵਿੱਚ ਹੈਗੀ ਆ ਤੇ ਪੂਰੇ ਜੋਸ਼ ਨਾਲ ਲੜ ਗਏ ਸਾਰੇ ਗਰੁੱਪ। ਸਰ, ਲੰਬੇ ਸਮੇਂ ਤੋਂ ਜਿੱਥੇ ਤੱਕ ਸਾਡੀ ਨੌਲੇਜ ਹੈ, ਜਾਣਕਾਰੀ ਹੈ, ਇਹ ਕਿਹਾ ਜਾਂਦਾ ਕਿ ਇਹ ਸਭ ਤੋਂ ਵੱਡੀ ਸਿੰਗਲ ਟ੍ਰੇਡ ਜਿਹੜੀ ਕਿ ਐਸੋਸੀਏਸ਼ਨ ਹੈ ਸਾਈਕਲ ਇੰਡਸਟਰੀ ਦੀ, ਉੱਥੇ ਸਭ ਤੋਂ ਪੁਰਾਣੀ ਵੀ ਹੈ। ਪਰ ਜੇ ਅੱਜ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤੇ ਕਿਤੇ ਨਾ ਕਿਤੇ ਐਂ ਲੱਗਦਾ ਕਿ ਸੰਸਥਾ ਪਿਛੜ ਚੁੱਕੀ ਹੈ। ਸੰਸਥਾ ਦੇ ਜਿਹੜੇ ਹੈਗੇ ਆ ਤੋਂ ਨਿਕਲ ਕੇ ਨਵੀਆਂ ਸੰਸਥਾ ਜਿਹੜੀ ਬਣੀ ਹੈ ਅੱਜ ਉਹਨਾਂ ਦੀ ਪਹਿਚਾਣ ਬਹੁਤ ਅੱਗੇ ਵੱਧ ਚੁੱਕੀ ਹੈ, ਉਹ ਬਹੁਤ ਸਾਰੇ ਕੰਮ ਕਰਾ ਰਹੇ, ਪਰ ਇਹ ਸੰਸਥਾ ਪਿਛੜ ਚੁੱਕੀ ਹੈ। ਕਿ ਮਤਲਬ ਇਹਦੇ ਨਾਲ ਸਹਿਮਤ ਰੱਖਦੇ ਹੋ? ਦੇਖੋ, ਇਹ 'ਚ ਕੋਈ ਸ਼ੱਕ ਨਹੀਂ ਹੈਗੀ। ਇਹ ਸੰਸਥਾ ਅੱਜ ਤੋਂ 30-35 ਸਾਲ ਪਹਿਲਾਂ ਹੋਂਦ ਵਿੱਚ ਆਈ ਸੀ। ਇਹਦਾ ਯੂਨਾਈਟਿਡ ਸਾਈਕਲ ਪਾਰਟ ਨਾਮ ਹੀ ਇਸ ਲਈ ਰੱਖਿਆ ਗਿਆ ਸੀਗਾ ਵੀ ਪਹਿਲਾਂ ਬੜੀਆਂ ਛੋਟੀਆਂ ਐਸੋਸੀਏਸ਼ਨਾਂ ਹੁੰਦੀਆਂ ਸੀਗੀਆਂ ਸਾਈਕਲ ਦੀਆਂ, 50 ਬੰਦੇ ਦੀ, 20 ਬੰਦਿਆਂ ਦੀਆਂ। ਉਹ ਫਿਰ ਸਾਰੇ ਪੁਰਾਣੇ ਬਜ਼ੁਰਗਾਂ ਨੇ, ਜਿਹਦੇ ਵਿੱਚ ਪੁਰਾਣੇ ਹੀਰੋ ਸਾਈਕਲ ਵੀ ਕਲਾਰ ਸਾਹਿਬ, ਭੋਗਲ ਸਾਹਿਬ, ਹਰਭਜਨ ਸਿੰਘ ਜੀ, ਠੀਕ ਹੈ, ਬਾਬੂ ਬ੍ਰਿਜ ਮੋਹਨ ਜੀ ਜੋ ਹੀਰੋ ਸਾਈਕਲ ਤੋਂ ਵੀ ਹੈਗੇ ਆ। ਇਹਨਾਂ ਨੇ ਸਾਰਿਆਂ ਨੇ ਫਿਰ ਫੈਸਲਾ ਕੀਤਾ ਵੀ ਆਪਾਂ ਇਹ ਸਾਰੀਆਂ ਐਸੋਸੀਏਸ਼ਨਾਂ ਬੰਦ ਕਰਕੇ ਇੱਕ ਐਸੋਸੀਏਸ਼ਨ ਬਣਾਈ ਜਾਵੇ ਜਿਹਦਾ ਨਾਮ ਉਹਨਾਂ ਨੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰ ਰੱਖਿਆ। ਯੂਨਾਈਟਿਡ ਦਾ ਮਤਲਬ ਸਾਰੀਆਂ ਯੂਨਾਈਟਿਡ ਹੈਗੀਆਂ,
ਪਰ ਦੇਖਿਆ ਜਾਵੇ ਜਿੱਦਾਂ ਤੁਸੀਂ ਕਹਿ ਰਹੇ ਹੋ, ਇਹ ਹੁਣ ਸਿਰਫ ਨਾਮ ਦੀ ਯੂਨਾਈਟਿਡ ਰਹਿ ਗਈ ਆ। ਇੱਥੇ ਕੋਈ ਯੂਨਾਈਟਿਡ ਦਾ ਕੰਮ ਵਰਗਾ ਸਿਸਟਮ ਨਹੀਂ ਰਿਹਾ, ਕਿਉਂਕਿ ਦੇਖ ਰਹੇ ਹਾਂ ਵੀ ਪਿਛਲੇ ਕਈ ਸਾਲਾਂ ਤੋਂ 4-5 ਸਾਲਾਂ ਤੋਂ ਐਸੋਸੀਏਸ਼ਨ ਦੀ ਜੋ ਵਰਕਿੰਗ ਹੋਣੀ ਚਾਹੀਦੀ ਸੀ, ਕਿਉਂਕਿ ਇਹ ਐਸੋਸੀਏਸ਼ਨ ਬਹੁਤ ਵੱਡੀ, ਇਹਨੂੰ ਨਾਮ ਦਰਜਾ ਮਿਲਿਆ ਵੀ ਏਸ਼ੀਆ ਦੇ ਸਿੰਗਲ ਟ੍ਰੇਡ ਦੀ ਬਹੁਤ ਵੱਡੀ ਐਸੋਸੀਏਸ਼ਨ ਆ। ਜਦੋਂ ਮੈਂ ਆਪਣੇ ਟਾਈਮ ਦੇ ਵਿੱਚ ਪ੍ਰੈਜ਼ੀਡੈਂਟ ਸੀ ਤਾਂ ਜਿੰਨੇ ਸਾਡੇ MSME ਗਵਰਨਮੈਂਟ, ਸੈਂਟਰ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਦੇ ਨਾਲ ਸਾਡਾ ਸਿੱਧਾ ਰਾਸਤਾ ਕਾਇਮ ਹੁੰਦਾ ਸੀਗਾ, ਕਿਉਂਕਿ ਕੋਈ ਪਾਲਿਸੀਜ਼ ਬਣਾਉਣੀਆਂ ਵਾ ਜਾਂ ਕੋਈ ਅਮੈਂਡਮੈਂਟ ਕਰਾਉਣੀ ਆ ਕਿਸੇ ਵੀ ਸੰਵਿਧਾਨ ਦੇ ਵਿੱਚ, ਜਾਂ ਕੋਈ ਬਜਟ ਦੇ ਵਿੱਚ ਤੁਸੀਂ ਕੀ ਅਮੈਂਡਮੈਂਟ ਕਰਾਉਣਾ ਚਾਹੁੰਦੇ ਹੋ, ਬਕਾਇਦਾ ਗਵਰਨਮੈਂਟ ਤੁਹਾਨੂੰ ਪੁੱਛਦੀ ਸੀ ਔਰ ਅਸੀਂ ਅਮੈਂਡਮੈਂਟ ਭੇਜਦੇ ਸੀਗੇ ਔਰ ਉਹ ਕੰਮ ਵੀ ਹੁੰਦਾ ਸੀਗਾ। ਔਰ MSME ਦੀਆਂ ਜਿਹੜੀਆਂ ਕੀ ਪ੍ਰੋਬਲਮਾਂ ਵਾ ਜਾਂ MSME ਦੀ ਜਿਹੜੀ ਕੋਈ ਨਵੀਂ ਸਕੀਮ ਆਉਂਦੀ ਸੀ, ਉਹ MSME ਦਾ ਜੋ ਹੈੱਡ ਸੀ ਡਿਪਾਰਟਮੈਂਟ, ਜੋ ਮਿਨਿਸਟਰ ਸੀ, ਸਾਨੂੰ ਬੁਲਾ ਕੇ ਸਾਨੂੰ ਪੁੱਛਦਾ ਸੀ ਵੀ ਹਾਂ ਵੀ ਤੁਹਾਡੀਆਂ ਸਾਈਕਲ ਇੰਡਸਟਰੀ ਦੀਆਂ ਕੀ ਪ੍ਰੋਬਲਮਾਂ ਵਾ, ਅਸੀਂ ਕਿੱਦਾਂ ਇਹਨੂੰ ਹੋਰ ਅੱਗੇ ਬੈਟਰ ਕਰ ਸਕਦੇ ਹਾਂ। ਸੋ ਉਹ ਜ਼ਮਾਨਾ ਅਸੀਂ ਦੇਖਿਆ ਹੈਗਾ ਵਾ ਵੀ ਜਦੋਂ ਇੱਕ UCPM ਦੀ ਜਦੋਂ ਅਸੀਂ ਕਿਸੇ ਅਫਸਰ ਨੂੰ ਮਿਲ ਜਾਂਦੇ ਹੁੰਦੇ ਸੀ ਨਾ, ਬਾਹਰ PN ਬੰਦਾ ਖੜਾ ਹੁੰਦਾ ਸੀ ਜੀ, ਆਓ ਜੀ ਜਲਦੀ ਜਲਦੀ ਸਾਹਿਬ ਤੁਹਾਡੀ ਵੇਟ ਕਰਦੇ ਹੈਗੇ ਆ। ਸੋ ਉਹ ਜ਼ਮਾਨਾ ਦੇਖਿਆ ਵਾ, ਅਤੇ ਜਿਹੜਾ ਅੱਜ ਕੱਲ੍ਹ ਦਾ ਜ਼ਮਾਨਾ UCPM ਦਾ ਦੇਖਣ ਨੂੰ ਬੜੀ ਆਪਣੇ ਆਪ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਵੀ ਮੈਂ 3 ਟਾਈਮ ਇਸ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਰਿਹਾ। ਬੜੀ ਆਪਣੇ ਆਪ ਨੂੰ ਇੱਕ ਗਿਲਟੀ ਮਹਿਸੂਸ ਹੁੰਦੀ ਆ ਵੀ ਐਡੀ ਵੱਡੀ ਐਸੋਸੀਏਸ਼ਨ ਹੋਵੇ, ਐਡਾ ਵੱਡਾ ਅਦਾਰਾ ਹੋਵੇ, ਐਡਾ ਵੱਡਾ ਅੰਦਰ ਇੰਫਰਾਸਟਰਕਚਰ ਹੋਵੇ, ਐਡਾ ਵੱਡਾ ਆਫਿਸ ਸਿਸਟਮ ਹੋਵੇ, ਔਰ ਉਹ ਐਸੋਸੀਏਸ਼ਨ ਦੀ ਐਡੀ ਜਿਹੜੀ ਗਾਜ ਹੈ ਐਡੀ ਥੱਲੇ ਗਿਰ ਜਾਵੇ। ਸੋ ਰੀਅਲੀ ਮੈਨੂੰ ਆਪਣੇ ਆਪ ਨੂੰ ਕਈ ਵਾਰੀ ਤਾਂ ਰੋਣਾ ਆਉਂਦਾ ਵਾ, ਕਿਉਂਕਿ ਅਸੀਂ ਇਹਦੇ ਵਿੱਚ ਰਹੇ ਹੈਗੇ ਆ, ਅਸੀਂ ਦੇਖਿਆ ਵਾ ਵੀ ਲੋਕਾਂ ਦੇ ਨਾਲ ਕਿੱਦਾਂ ਰਾਬਤਾ ਕਾਇਮ ਹੁੰਦਾ ਸੀ, ਲੋਕਾਂ ਦੇ ਛੋਟੇ ਛੋਟੇ ਕੰਮ ਕਿੱਦਾਂ ਹੁੰਦੇ ਸੀਗੇ। ਸੋ ਅੱਜ ਦੀ ਡੇਟ ਦੇ ਵਿੱਚ ਆਪਣੇ ਆਪ ਨੂੰ ਬਹੁਤ ਵਧੀਆ ਮਹਿਸੂਸ ਨਹੀਂ ਹੁੰਦਾ ਵੀ ਐਸੋਸੀਏਸ਼ਨ ਦੀ ਜੋ ਇਸ ਟਾਈਮ ਦੀ ਹਾਲਤ ਹੋ ਗਈ ਹੈਗੀ ਆ। ਵਿਸ਼ਕਰਮਾ ਜੀ, ਇੱਥੇ ਇੱਕ ਹੋਰ ਨਵੀਂ ਚੀਜ਼ ਸੁਣਨ ਨੂੰ ਮਿਲ ਰਹੀ ਹੈ ਕਿ ਇਸ ਵਾਰੀ ਜਿਹੜੇ ਇਲੈਕਸ਼ਨ ਹੈ, ਜਿਵੇਂ ਅੱਗੇ ਅਲੱਗ-ਅਲੱਗ ਡੈਜ਼ਿਗਨੇਸ਼ਨ ਮੇਰੇ ਖਿਆਲ 8 ਤੋਂ 10 ਸੀਟਾਂ ਲਈ ਹੁੰਦੇ ਸੀਗੇ, ਅਲੱਗ-ਅਲੱਗ ਮੈਂਬਰਾਂ ਲਈ, ਜਨਰਲ ਸੈਕਟਰੀ, ਵਾਈਸ ਪ੍ਰੈਜ਼ੀਡੈਂਟ, ਪਰ ਕਿਹਾ ਜਾ ਰਿਹਾ ਕਿ ਇਸ ਵਾਰੀ ਇੱਦਾਂ ਦੀ ਵੀ ਗੱਲ ਕਰ ਰਹੇ ਹੋ ਕਿ ਸਿਰਫ ਪ੍ਰਧਾਨਗੀ ਲਈ ਇਲੈਕਸ਼ਨ ਕੀਤੇ ਜਾਣ ਤੇ ਬਾਕੀ ਸਾਰੇ ਉਹ ਪ੍ਰਧਾਨ ਹੀ ਚੁਣ ਲਏਗਾ ਮੈਂਬਰ। ਇਹ ਪੋਸੀਬਲ ਹੈ ਕਿ ਇਹ ਪਹਿਲੀ ਗੱਲ ਇਹ ਸੱਚ ਹੈ? ਇਦਾਂ ਦੀਆਂ ਗੱਲਾਂ ਸਮਝ ਆ? ਦੇਖੋ, ਇਹ ਗੱਲਾਂ ਚੱਲਦੀਆਂ ਵਾ ਮਾਰਕੀਟ ਦੇ ਵਿੱਚ, ਕੁਝ ਗਰੁੱਪ ਨੇ ਗੱਲਾਂ ਫੈਲਾਈਆਂ ਹੋਈਆਂ ਵਾ। ਬੜਾ ਗਰੁੱਪ ਕਹਿੰਦਾ ਜੀ ਅਸੀਂ ਮੈਨੇਜਮੈਂਟ ਕਮੇਟੀ 'ਚ ਪਾਸ ਕਰਵਾ ਲਿਆ ਵਾ, ਪਰ ਇਹ ਮੈਨੇਜ ਕਮੇਟੀ ਦੇ ਵਿੱਚ ਇਹਦਾ ਕੋਈ ਰੋਲ ਨਹੀਂ ਹੈ, ਕਿਉਂਕਿ ਇਹ ਸੰਵਿਧਾਨ ਦੀ ਅਮੈਂਡਮੈਂਟ ਆ। ਜੋ ਸਾਡਾ ਰੈੱਡ ਬੁੱਕ ਬਣੀ ਹੈਗੀ ਆ ਉਹਨੂੰ ਅਮੈਂਡ ਕਰਨਾ ਪੈਂਦਾ ਵਾ, ਉਹਦੇ ਲਈ ਇੱਕ ਸਪੈਸ਼ਲ AGM ਦੀ ਸਾਡੀ ਰਿਕੁਆਇਰਮੈਂਟ ਹੁੰਦੀ ਆ। 21 ਦਿਨ ਪਹਿਲਾਂ ਦਾ ਸਾਨੂੰ ਨੋਟਿਸ ਭੇਜਣਾ ਪੈਂਦਾ ਵਾ, ਪਬਲਿਕ ਨੂੰ ਦੱਸਣਾ ਪੈਂਦਾ ਵਾ, ਸਾਰੇ ਮੈਂਬਰਾਂ ਨੂੰ ਵੀ ਅਸੀਂ ਆਹ ਚੀਜ਼ ਅਮੈਂਡਮੈਂਟ ਸੰਵਿਧਾਨ ਦੇ ਵਿੱਚ ਆਹ ਅਮੈਂਡਮੈਂਟ ਕਰਨ ਜਾ ਰਹੇ ਹਾਂ। ਦੈਨ ਉਹ ਸਪੈਸ਼ਲ AGM ਰੱਖ ਕੇ ਫਿਰ ਉਹਦੇ ਵਿੱਚ ਪਾਸ ਹੁੰਦਾ 3/4 ਆਪਣਾ ਥਰਡ ਜੋ ਸਾਡੇ ਇਹਦੀ ਜੋ ਇਹਦੀ ਸੰਸਥਾ ਦੀ ਮੈਜੋਰਟੀ ਹੋਣੀ ਚਾਹੀਦੀ ਆ, ਤਾਂ ਹੀ ਇਹ ਇੰਪਰੂਵਮੈਂਟ ਹੁੰਦੀ ਆ। ਇਹ ਗੱਲ ਬਿਲਕੁਲ ਦੇਖੋ, ਡੈਮੋਕ੍ਰੇਸੀ ਤਾਂ ਬਿਲਕੁਲ ਖਤਮ ਹੋ ਜਾਊ ਅਗਰ ਇੱਕ ਪ੍ਰਧਾਨ ਦੀ ਇਲੈਕਸ਼ਨ ਹੋ ਗਈ। ਉਹ ਪ੍ਰਧਾਨ ਦੀ ਇਲੈਕਸ਼ਨ ਤਾਂ ਲੋਕੀ ਕਰਾਉਣਾ ਚਾਹੁੰਦੇ ਆ, ਉਹ ਕਹਿੰਦੇ ਆ ਵੀ ਇਹ ਬਾਕੀ ਜਿਹੜੇ ਬੰਦੇ ਜਿਹੜੇ ਆ ਜਾਂਦੇ, ਜਿੱਦਾਂ ਕੋਈ ਕਿਸੇ ਗਰੁੱਪ ਦਾ ਆ ਜਾਂਦਾ, ਕੋਈ ਕਿਸੇ ਗਰੁੱਪ ਦਾ ਆ ਜਾਂਦਾ ਵਾ, ਵੀ ਇੱਕੋ ਹੀ ਗਰੁੱਪ ਦਾ ਕਬਜ਼ਾ ਹੋ ਜਾਵੇ ਤੇ ਬਾਕੀ ਇੱਕ ਡੈਮੋਕ੍ਰੇਸੀ ਬਿਲਕੁਲ ਖਤਮ ਹੋ ਜਾਵੇ। ਇਹ ਬਿਲਕੁਲ ਗਲਤ ਆ, ਇਹ ਇੱਦਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹਦੇ ਨਾਲ ਤਾਂ ਫਿਰ ਡੈਮੋਕ੍ਰੇਸੀ ਨਹੀਂ ਰਹੀ। ਇਹ ਤਾਂ ਫਿਰ ਬਾਅਦ ਦੇ ਵਿੱਚੋਂ ਫਿਰ ਤੁਸੀਂ ਹੋਰ ਅਮੈਂਡ ਕਰਾਓਗੇ ਜੀ। ਹੁਣ ਤਾਂ ਸਾਡੇ ਬੈਲਟ ਪੇਪਰ ਨਾਲ ਵੋਟਾਂ ਹੁੰਦੀਆਂ ਵਾ, ਫਿਰ ਹੱਥ ਖੜੇ ਕਰਕੇ ਵੋਟਾਂ ਹੋ ਜਾਇਆ ਕਰਨਗੀਆਂ। ਸੋ ਇਹ ਤਾਂ ਇੱਕ ਗਰੁੱਪ ਦਾ ਹੀ ਕਬਜ਼ਾ ਇੱਥੇ ਹੋ ਜਾਊਗਾ। ਸੋ ਇਹ ਜਿਹੜੀ ਛੋਟੀ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਵੈਸੇ ਤਾਂ ਤੁਹਾਡੀ ਗੱਲਾਂ ਦੇ ਜੋਸ਼ ਤੋਂ ਹੀ ਪਤਾ ਲੱਗ ਰਿਹਾ ਕਿ ਤੁਸੀਂ ਵੀ ਕਮਰ ਕੱਸ ਲਈ ਹੈ, ਤਸਵੇਂ ਕੱਸ ਲਿਆ ਤੇ ਇਲੈਕਸ਼ਨ ਦੀ ਤਿਆਰੀ ਲਈ ਜੁਟ ਗਏ ਹੋ। ਪਰ ਫਿਰ ਵੀ ਇੱਕ ਵਾਰੀ ਤੁਹਾਡੇ ਮੂੰਹੋਂ ਸੁਣਨਾ ਚਾਹਾਂਗੇ ਕਿ ਤੁਹਾਡਾ ਗਰੁੱਪ, ਜਿਵੇਂ ਵਿਸ਼ਕਰਮਾ, ਸੇਠ, ਕੁਲਾਰ ਗਰੁੱਪ ਇੱਕ ਬੜੀ ਅਹਿਮ ਆਪੋਜੀਸ਼ਨ ਦੀ ਭੂਮਿਕਾ ਨਿਭਾਉਂਦਾ ਹਰ ਵਾਰੀ, ਸੋ ਕਿ ਇਸ ਵਾਰੀ ਤਸਵੇਂ ਕੱਸ ਲਏ? ਦੇਖੋ, ਨੋ ਡਾਊਟ ਵੀ ਦੇਖੋ ਸਾਰੇ ਦੇਖੋ ਕੀ ਹੈ, UCPM ਇੱਕ ਇਹੋ ਜਿਹਾ ਅਦਾਰਾ ਵਾ, ਜਿੰਨੀਆਂ ਐਸੋਸੀਏਸ਼ਨਾਂ ਲੁਧਿਆਣਾ ਦੇ ਵਿੱਚ ਹੈਗੀਆਂ ਜਾਂ ਹੋਰ ਵੀ ਹੈਗੀਆਂ, ਜਿਹੜੀ ਇਹਦੀ ਇਲੈਕਸ਼ਨ ਹੁੰਦੀ ਹੈ ਨਾ, ਇਹਦੀ ਇਲੈਕਸ਼ਨ ਲੋਕਾਂ ਨੂੰ ਐਡਾ ਇੰਟਰਸਟ ਹੁੰਦਾ ਹੈਗਾ ਵਾ ਵੀ ਲੋਕਾਂ ਦੇ ਘਰੋਂ ਘਰੀ, ਗਲੀ ਮਹੱਲੇ, ਔਰ ਈਵਨ ਸਾਡੇ ਲੇਡੀਜ਼ ਤੱਕ ਵੀ ਪੁੱਛਦੇ ਆ ਜੀ ਹਾਂਜੀ ਹੁਣ ਤੁਹਾਡੇ ਇਲੈਕਸ਼ਨ ਆ ਗਿਆ, ਕੀ ਬਣੂਗਾ। ਸੋ ਦੇਖੋ, ਇਹ ਹੋਣਾ ਵੀ ਚਾਹੀਦਾ ਕਿਉਂਕਿ ਡੈਮੋਕ੍ਰੇਸੀ ਹੈ, ਬੜਾ ਵਧੀਆ ਗੱਲ ਹੈਗੀ ਆ, ਕਿਉਂਕਿ ਇੱਕੋ ਹੀ ਅਦਾਰਾ ਇਹੋ ਜਿਹਾ ਵਾ ਜਿਹਦੀ ਇਸ ਤਰੀਕੇ ਨਾਲ ਇਲੈਕਸ਼ਨ ਹੁੰਦੀ ਹੈਗੀ ਆ। ਸੋ ਦੇਖੋ, ਹੁਣ ਕਿਉਂਕਿ ਟਾਈਮ 2-2.5 ਮਹੀਨੇ ਰਹਿ ਗਏ ਆ, ਤੇ ਹਰ ਇੱਕ ਗਰੁੱਪ ਆਪਣੀ ਦਾਅਵੇਦਾਰੀ ਕਰੂਗਾ ਔਰ ਹਰ ਇੱਕ ਨੂੰ ਲੜਨ ਦਾ ਹੱਕ ਹੈਗਾ ਔਰ ਲੜਨਾ ਵੀ ਚਾਹੀਦਾ ਵਾ। ਗਰੁੱਪ ਵੱਲੋਂ ਇਸ ਵਾਰੀ ਤੁਸੀਂ ਪ੍ਰਧਾਨ ਲੜੋਗੇ ਜਾਂ ਕੁਲਾਰ ਸਾਹਿਬ ਲੜਨਗੇ ਜਾਂ ਕਿਹਨੂੰ ਖੜਾ ਕਰੋਗੇ?
ਦੇਖੋ ਇਹ ਹਲੇ ਗਰੁੱਪ ਦਾ ਫੈਸਲਾ ਸਾਰਿਆਂ ਨੇ ਕਰਨਾ ਹੈਗਾ ਵਾ, ਬੜੀ ਜਲਦੀ 2-4 ਦਿਨਾਂ 'ਚ ਇਹ ਫੈਸਲਾ ਹੋ ਜਾਊਗਾ। ਕੋਈ ਵੀ ਇਲੈਕਸ਼ਨ ਤਾਂ ਕੋਈ ਜੋ ਵੀ ਲੜੂਗਾ ਤਾਂ ਲੜਨਾ ਇਲੈਕਸ਼ਨ ਤਾਂ ਲੜਨਗੇ ਜੀ। ਇਹ ਤਾਂ ਹੈ ਨਹੀਂ ਗਾ ਵੀ ਬਿਨਾਂ ਇਲੈਕਸ਼ਨ ਤੋਂ ਇਹ ਐਸੋਸੀਏਸ਼ਨ ਇੱਕ ਬੰਦੇ ਦੇ ਹੱਥ ਆਪਾਂ ਦੇ ਦਿੱਤੀ ਜਾਵੇ, ਕਿਉਂਕਿ ਇਹ ਛੋਟੇ ਬੰਦਿਆਂ ਦਾ ਅਦਾਰਾ ਵਾ। ਇਹਦੇ ਵਿੱਚ ਤਕਰੀਬਨ 70-80% ਬੰਦੇ ਛੋਟੀ ਇੰਡਸਟਰੀ ਹੈਗੀ ਹੈ। ਜਿਹੜਾ ਬੰਦਾ ਛੋਟੀ ਇੰਡਸਟਰੀ ਦੇ ਮੁੱਖ ਨੂੰ ਰੱਖਦੇ ਹੋਏ ਅੱਗੇ ਕੰਮ ਕਰੂਗਾ, ਨਾ ਕਿ ਕਾਰਪੋਰੇਟ ਸੈਕਟਰ ਦੀਆਂ ਬਾਹਾਂ 'ਚ ਬੈਠ ਕੇ ਆਪਾਂ ਉਹ ਕੰਮ ਕਰੀਏ। ਅਸੀਂ ਆਪਣੇ ਛੋਟੇ ਇੰਡਸਟਰੀ ਦੇ ਬਾਰੇ ਗੱਲ ਕਰਨੀ ਆ। ਤੁਸੀਂ ਕਹਿ ਰਹੇ ਹੋ ਕਿ ਜਿਹੜਾ ਦੂਜਾ ਗਰੁੱਪ ਹੈ ਕਾਰਪੋਰੇਟ ਗਰੁੱਪਾਂ ਦੀਆਂ ਕੰਪਨੀਆਂ ਦੀ ਬਾਹਾਂ 'ਚ ਬਹਿ ਕੇ ਕੰਮ ਕਰਦਾ। ਦੇਖੋ ਅਸੀਂ ਕਿਸੇ ਦਾ ਨਾਮ ਨਹੀਂ ਲੈਂਦੇ, ਪਰ ਹੁਣੇ ਤਾਂ ਕਿਹਾ ਦੇਖੋ ਅਸੀਂ ਤਾਂ ਨਾਮ ਕਹਿੰਦੇ ਆ ਵੀ ਜਿਹੜੇ ਖੁੱਲ੍ਹ ਕੇ ਲਾਓ ਜੀ। ਨਹੀਂ ਖੁੱਲ੍ਹ ਕੇ ਬਿਲਕੁਲ ਲਵਾਂਗੇ, ਕਿਉਂਕਿ ਇਲੈਕਸ਼ਨ ਅੱਗੇ ਆ ਗਏ, ਪੂਰੇ ਨਾਮ ਲਵਾਂਗੇ, ਹਰ ਚੀਜ਼ ਕਰਾਂਗੇ, ਕਿਉਂਕਿ ਹਲੇ ਤਾਂ ਬੜਾ ਟਾਈਮ ਪਿਆ, 2-2.5 ਮਹੀਨੇ ਪਿਆ। ਹੁਣੀ ਅਸੀਂ ਸਾਰੀਆਂ ਚੀਜ਼ਾਂ ਖਾਣ ਦੱਸਣ ਲੱਗ ਜਾਵਾਂਗੇ, ਬੜਾ ਅੱਗੇ ਹੋਰ ਬੜਾ ਕੁਝ ਦੱਸਣਾ ਵਾ। ਸੋ ਇਸ ਵਾਰ ਦੀ ਜਿਹੜੀ ਇਲੈਕਸ਼ਨ ਹੋਊਗੀ ਨਾ ਜੀ, ਬੜੀ ਡਿਫਰੈਂਟ ਹੋਊਗੀ। ਪੂਰੀ ਜੋਸ਼ ਨਾਲ, ਪੂਰੇ ਤਰੀਕੇ ਨਾਲ ਇਲੈਕਸ਼ਨ ਲੜੀ ਜਾਊਗੀ। ਕੋਈ ਵੀ ਬੰਦਾ, ਚਾਹੇ ਮੈਂ ਲੜਾਂ, ਚਾਹੇ ਕੋਈ ਲੜੇ, ਚਾਹੇ ਨਵਜੋਤ ਲੜੇ, ਚਾਹੇ ਭੋਗਲ ਸਾਹਿਬ ਲੜਨ, ਚਾਹੇ ਗੁਰਮੀਤ ਲੜੇ, ਵਟਐਵਰ ਸਤਨਾਮ ਮੱਕੜ ਲੜੇ, ਕੋਈ ਲੜੇ, ਇਲੈਕਸ਼ਨ ਪੂਰੇ ਜੋਸ਼ ਨਾਲ ਲੜਿਆ ਜਾਊਗਾ ਇਸ ਵਾਰ। ਸੋ ਦੋਸਤੋ, ਇਹ ਸੀਗੇ ਸਾਡੇ ਨਾਲ ਚਰਨਜੀਤ ਵਿਸ਼ਕਰਮਾ ਜੀ, ਜਿਹੜੇ ਕਿ ਸਾਬਕਾ ਪ੍ਰਧਾਨ ਵੀ ਰਹੇ ਹੈ, ਔਰ ਇਹਨਾਂ ਨੇ ਬਹੁਤ ਸਾਰੇ ਜਿਹੜੀਆਂ ਦਿਲ ਦੀਆਂ ਗੱਲਾਂ ਹੈਗੀਆਂ ਕੀਤੀਆਂ, ਜਿਨ੍ਹਾਂ ਦੀ ਗੱਲਾਂ ਦੀ ਭਾਵੁਕਤਾ ਤੋਂ ਪਤਾ ਲੱਗਦਾ ਹੈ ਕਿ ਯੂਨਾਈਟਿਡ ਸਾਈਕਲ ਪਾਰਟ ਐਂਡ ਮੈਨੂਫੈਕਚਰ ਜਿਹੜੀ ਐਸੋਸੀਏਸ਼ਨ ਹੈ, ਉਹਦੇ ਨਾਲ ਵਾਕਈ ਹੀ ਸਾਈਕਲ ਇੰਡਸਟਰੀ ਦੇ ਲੋਕਾਂ ਦਾ ਦਿਲੋਂ ਜੁੜਾਵ ਹੈ। ਸੋ ਭਾਵੁਕਤਾ ਤੇ ਜਿਹੜੀ ਇੱਕ ਇੰਡਸਟਰੀ ਦੀ ਜਿੱਤ ਲਈ ਜਿਹੜੀ ਆ ਇੱਕ ਇਲੈਕਸ਼ਨ ਹੈ, ਇਹ ਇੰਡਸਟਰੀ ਨੂੰ ਅੱਗੇ ਵਧਾਊ ਸੋਚ ਦੇ ਵਿਜ਼ਨ ਨੂੰ ਦਿਖਾਉਂਦੀ ਹੈ। ਫਿਰ ਇਹਨਾਂ ਨਾਲ ਇਸੇ ਮੁੱਦੇ ਤੇ ਵੱਖ-ਵੱਖ ਸਮੇਂ ਤੇ ਫਿਰ ਰੂਬਰੂ ਹੋਵਾਂਗੇ। ਦੇਖਦੇ ਰਹੋ, ਬਨੇ ਰਹੋ ਜਾਨੀ ਤੈਸ਼ੀ। ਧੰਨਵਾਦ।